ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ ਔਰ ਨਿਵਾਜੀ ਸਾਧ ਸੰਗਤ ਜੀ, ਸਤਿਗੁਰੂ ਦੀ ਰਹਿਮਤ ਕਿਰਪਾ ਦਾ ਮੀਂਹ ਵਰਸ ਰਿਹਾ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਸ਼ਾਂਤੀ ਦੇ ਸੋਮੇ ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਕੇ ਆਪਣੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਆਪ ਵਿੱਚ ਸਹਾਇਕ ਹੋ ਕੇ, ਆਪ ਵਿੱਚ ਪ੍ਰਤੱਖ ਵਰਤ ਕੇ ਕਰਵਾ ਰਹੇ ਹਨ। ਸੋ 11 ਅਸ਼ਟਪਦੀਆਂ ਤੱਕ ਹੁਣ ਤੱਕ ਵਿਚਾਰ ਮੁਕੰਮਲ ਵਿਚਾਰ ਸਹਿਤ ਸੰਪੂਰਨ ਹੋਈ ਹੈ। ਸੋ ਆਓ ਅੱਜ 12ਵੀਂ ਅਸ਼ਟਪਦੀ ਦਾ ਸ਼ਲੋਕ ਪ੍ਰਾਰੰਭ ਹੋਣ ਜਾ ਰਿਹਾ ਹੈ। ਉਸ ਸ਼ਲੋਕ ਦੇ ਨਾਲ ਕੁਝ ਉਥਾਨਕਾ ਹੈ, ਸਤਿਗੁਰੂ ਕਿਰਪਾ ਕਰਨ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਔਰ ਗੁਰਬਾਣੀ ਵਿਚਾਰ ਦੇ ਅਰਥਾਂ ਦੇ ਲਾਹੇ ਲੈਣਾ ਸੁਭਾਗ ਪ੍ਰਾਪਤ ਕਰੀਏ। ਵਾਹਿਗੁਰੂ ਸਾਹਿਬ ਜੀ। ਸ਼ਲੋਕ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ। ਸਤਿਗੁਰੂ ਜੀ ਫਰਮਾਉਂਦੇ ਹਨ, ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਸਮੇਂ ਇੱਕ ਵਾਰੀ ਛਿੰਝ ਪਈ ਸੀ ਅਤੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਵੀ ਇਸੇ ਪ੍ਰਕਾਰ ਇੱਕ ਸਿੱਖ ਸੀ। ਉਸ ਸਿੱਖ ਦੇ ਤਾਈਂ ਮਹਾਰਾਜ ਜੀ ਨੇ ਪਰਖਣ ਵਾਸਤੇ, ਇੱਕ ਸਿੱਖ ਦਾ ਅਭਿਮਾਨ ਤੋੜਨ ਵਾਸਤੇ ਕਿ ਲੈ ਤੈਨੂੰ ਸਿੱਖ ਪਰਖ ਕੇ ਵਿਖਾਉਂਦੇ ਹਾਂ, ਹੁਕਮਨਾਮਾ ਦੇ ਕੇ ਭੇਜਿਆ ਉਸ ਸਿੱਖ ਦੇ ਪਾਸ। ਉਹ ਹੁਕਮਨਾਮਾ ਲੈ ਕੇ ਇੱਕ ਸਿੱਖ ਗਿਆ। ਉਸ ਵਿੱਚ ਲਿਖਿਆ ਹੋਇਆ ਸੀ ਕਿ 50 ਰੁਪਏ ਇਸ ਸਿੱਖ ਦੀ ਭੇਟਾ ਕਰਨੇ ਅਤੇ ਸਾਡਾ ਹੁਕਮਨਾਮਾ ਦੇਖ ਕੇ 500 ਰੁਪਇਆ ਭੇਟ ਕਰਨਾ। ਜਦੋਂ ਉਸ ਸਿੱਖ ਨੇ ਹੁਕਮਨਾਮਾ ਦਿੱਤਾ ਤਾਂ ਉਸ ਸਿੱਖ ਦੀ 50 ਰੁਪਏ ਭੇਟਾ ਘਰ ਦੀ ਕੋਈ ਵਸਤੂ ਵੇਚ ਕੇ ਦੇ ਦਿੱਤੇ ਤੇ ਜਿਹੜੀ ਮਹਾਰਾਜ ਸਾਹਿਬ ਦੀ ਭੇਟਾ ਸੀ ਉਸ ਦੀ ਬਾਬਤ ਸੋਚ ਰਿਹਾ ਸੀ ਤੇ ਓਨੇ ਚਿਰ ਨੂੰ ਢੋਲ ਵੱਜਦਾ ਆ ਗਿਆ। ਕਹਿੰਦਾ, ਬਾਦਸ਼ਾਹ ਦਾ ਮਸਕੀਨੀਆਂ ਨਾਂ ਦਾ ਪਹਿਲਵਾਨ ਹੈ, ਜਿਹੜਾ ਇਸ ਨਾਲ ਕੁਸ਼ਤੀ ਕਰੇ, ਇਸ ਨੂੰ ਚਿੱਤ ਕਰੇ, ਉਸ ਨੂੰ 1000 ਰੁਪਇਆ ਇਨਾਮ ਮਿਲੇਗਾ ਅਤੇ ਜਿਹੜਾ ਢਹਿ ਜਾਏਗਾ ਉਸ ਨੂੰ 500 ਰੁਪਇਆ ਇਨਾਮ ਮਿਲੇਗਾ। ਸਿੱਖ ਸੁਣ ਕੇ ਬੜਾ ਖੁਸ਼ ਹੋਇਆ ਕਿ ਜੇ ਸੱਚੇ ਗੁਰੂ ਦੇ ਲੇਖੇ ਇਹ ਸਰੀਰ ਲੱਗ ਜਾਏਗਾ ਤਾਂ ਵੀ ਚੰਗੀ ਗੱਲ ਹੈ। ਮਸਕੀਨੀਏ ਨੇ ਨਾਲ ਕੁਸ਼ਤੀ ਕਰਨ ਲਈ ਤੁਰ ਪਿਆ।
ਮਸਕੀਨੀਆਂ ਖੂਹ ਦੇ ਉੱਤੇ ਇਸ਼ਨਾਨ ਕਰਦਾ ਸੀ। ਉੱਥੇ ਜਾ ਕੇ ਛੇਤੀ ਪਾਣੀ ਪੀਣ ਲੱਗਾ। ਉਹ ਕਹਿੰਦਾ, ਏਡਾ ਕਾਹਲਾ ਕਿਉਂ ਏ? ਕਹਿੰਦਾ, ਮੈਂ ਮਸਕੀਨੀਏ ਨਾਲ ਜਾ ਕੇ ਕੁਸ਼ਤੀ ਲੜਨੀ ਹੈ। ਉਹ ਕਹਿੰਦਾ, ਤੇਰੇ ਤਾਂ ਹੱਡ ਭੰਨ ਦਊ ਮਸਕੀਨੀਆਂ। ਸਿੱਖ ਕਹਿੰਦਾ, ਗੁਰੂ ਸਾਹਿਬ ਦੀ ਸੇਵਾ ਦਾ ਕੰਮ ਹੈ, ਜੇ ਮੇਰਾ ਸਰੀਰ ਲੱਗ ਜੂ ਇਸ ਤੋਂ ਕੀ ਚੰਗਾ ਹੈ। ਇਹ ਗੱਲ ਮਸਕੀਨੀਏ ਨੂੰ ਪਤਾ ਲੱਗੀ। ਕਹਿਣ ਲੱਗਾ, ਚੰਗਾ ਭਈ। ਜਿਸ ਵੇਲੇ ਬਾਦਸ਼ਾਹ ਨੇ ਕੁਸ਼ਤੀ ਕਰਾਈ ਉਹ ਮਸਕੀਨੀਆਂ ਨਿਕਲਿਆ। ਇੱਧਰ ਸਿੱਖ ਵੀ ਨਿਕਲਿਆ। ਲੋਕ ਹੱਸਣ ਲੱਗ ਪਏ। ਕਹਿੰਦੇ, ਤੂੰ ਮਾੜਾ ਜਿਹਾ ਏ, ਤੈਨੂੰ ਇਹ ਮਾਰ ਦੇਗਾ, ਹੱਡ ਭੰਨੇ ਜਾਣੇ ਤੇਰੇ ਅੱਜ। ਮਸਕੀਨੀਏ ਨੇ ਉਸੇ ਵੇਲੇ ਦਾ ਨਾਲ ਸਿੱਖ ਨੂੰ ਆਪਣੇ ਉੱਤੇ ਸੁੱਟ ਲਿਆ ਤੇ ਆਪ ਥੱਲੇ ਡਿੱਗ ਪਿਆ। ਇਸ ਪ੍ਰਕਾਰ ਮਸਕੀਨੀਏ ਦੇ ਅੰਦਰ ਉਸੇ ਵਕਤ ਹੰਕਾਰ ਮਿਟ ਗਿਆ ਤੇ ਸ਼ਾਂਤੀ ਆ ਗਈ। ਉਸ ਵੇਲੇ ਬਾਦਸ਼ਾਹ ਹੈਰਾਨ ਹੋ ਗਿਆ ਤੇ ਸਿੱਖ 1000 ਰੁਪਇਆ ਲੈ ਕੇ ਆ ਗਿਆ। 500 ਰੁਪਇਆ ਉਸ ਸਿੱਖ ਦੀ ਭੇਟਾ ਕੀਤਾ ਤੇ 500 ਰੁਪਇਆ ਆਪਣੇ ਕਾਰਜ ਵਾਸਤੇ ਵਰਤਿਆ। ਮਸਕੀਨੀਏ ਨੇ ਫੇਰ ਕਿਹਾ ਕਿ ਤੈਨੂੰ ਸਤਿਗੁਰਾਂ ਦੇ ਕਿ ਮੈਨੂੰ ਸਤਿਗੁਰਾਂ ਦੇ ਦਰਸ਼ਨ ਕਰਾ। ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ। ਜਦੋਂ ਸੁਖਮਨੀ ਸਾਹਿਬ ਮਹਾਰਾਜ ਰਾਮਸਰ ਵਿਖੇ ਉਚਾਰ ਰਹੇ ਸੀ, ਉਸ ਵੇਲੇ ਸਤਿਗੁਰੂ ਜੀ ਨੇ ਇਹ ਬਚਨ ਕਹੇ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਇਹ ਮਸਕੀਨੀਆਂ ਪਹਿਲਵਾਨ ਉਹ ਸੁਖੀ ਵਸਦੇ ਹਨ ਜਿਸ ਤਰ੍ਹਾਂ ਆਪਣਾ ਹੰਕਾਰ ਛੱਡ ਕੇ ਸਿੱਖ ਦੇ ਥੱਲੇ ਡਿੱਗ ਪਿਆ, ਉਸੀ ਤਰ੍ਹਾਂ ਤੂੰ ਸੁਖੀ ਵਸੇਗਾ। ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਜਿਹੜੇ ਵੱਡੇ ਵੱਡੇ ਹੰਕਾਰੀ ਹਨ, ਮਹਾਰਾਜ ਕਹਿੰਦੇ ਹਨ, ਉਹ ਤਾਂ ਭਈ ਹੰਕਾਰ 'ਚ ਹੀ ਗਲ ਗਏ। ਇਸ ਤਰ੍ਹਾਂ ਮਸਕੀਨੀਆਂ ਜਿਹੜਾ ਗਰੀਬੀ ਧਾਰਨ ਕਰਨ ਵਾਲਾ ਪੁਰਖ ਹੈ, ਉਹ ਸੁੱਖ ਦੇ ਨਾਲ ਵਸਦਾ ਹੈ। ਅੱਗੇ ਸਤਿਗੁਰੂ ਇਸ ਸ਼ਲੋਕ ਦੇ ਅਰਥ ਅਸ਼ਟਪਦੀ ਦੇ ਰਾਹੀਂ ਕਰਦੇ ਹਨ। ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ। ਸਤਿਗੁਰੂ ਜੀ ਨੂੰ ਸਿੱਖਾਂ ਨੇ ਪੁੱਛਿਆ, ਸੱਚੇ ਪਾਤਸ਼ਾਹ ਜੀ, ਗਰੀਬੀ ਬਾਰੇ ਤੁਸੀਂ ਵਡਿਆਈ ਕਹੀ ਹੈ, ਹੰਕਾਰੀ ਪੁਰਖ ਦਾ ਕੀ ਹਾਲ ਹੋਵੇਗਾ? ਸਤਿਗੁਰੂ ਜੀ ਕਹਿੰਦੇ, ਹੈ ਭਾਈ, ਜਿਨ੍ਹਾਂ ਦੇ ਹਿਰਦੇ ਅੰਦਰ ਆਪਣੇ ਰਾਜ ਦੀ ਪ੍ਰਾਪਤੀ ਦਾ ਬੜਾ ਹੰਕਾਰ ਹੈ ਕਿ ਮੇਰੇ ਵਰਗਾ ਕੋਈ ਦੁਨੀਆ 'ਚ ਨਹੀਂ, ਆਪ ਨੂੰ ਹਿਰਦੇ 'ਚ ਮੰਨੀ ਬੈਠਾ ਵੱਡਾ ਪਾਤਸ਼ਾਹ। ਸਤਿਗੁਰੂ ਫਰਮਾਉਂਦੇ, ਸੋ ਨਰਕ ਪਾਤੀ ਹੋਵਤ ਸੁਆਨ। ਸਤਿਗੁਰੂ ਜੀ ਕਹਿੰਦੇ, ਐਸਾ ਪੁਰਖ ਉਹ ਗੁਨਾਹ ਕਰਨ ਤੋਂ ਟਲਦਾ ਨਹੀਂ, ਔਗਣ ਕਰਦਾ ਰਹਿੰਦਾ, ਪਰਜਾ ਨੂੰ ਪੀੜਦਾ ਰਹਿੰਦਾ, ਦੁੱਖ ਦਿੰਦਾ ਰਹਿੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਨਰਕ ਵਿੱਚ ਪਤਨ ਹੋਵੇਗਾ ਉਸਦਾ, ਨਰਕ ਵਿੱਚ ਪਵੇਗਾ ਉਹ, ਅਤੇ ਫਿਰ ਨਰਕ ਵਿੱਚੋਂ ਨਿਕਲ ਕੇ ਹੋਵਤ ਸੁਆਨ, ਕੁੱਤੇ ਦੀ ਜੂਨ 'ਚ ਪਵੇਗਾ ਉਹ। ਸੋ ਨਰਕਪਾਤੀ, ਨਰਕਪਤੀ ਕੌਣ ਹੈ? ਸੁਆਨ ਮੁੱਖ ਨਰਕ, ਕੁੱਤੇ ਦੇ ਮੂੰਹ ਵਰਗਾ ਨਰਕ ਹੈ, ਉਹਦੇ 'ਚ ਪਵੇਗਾ, ਪਤਿਤ ਹੋਵੇਗਾ ਤੇ ਪਾਪੀ ਹੋ ਕੇ ਡਿੱਗੇਗਾ। ਉਹ ਪੁਰਖ ਨਰਕ ਵਿੱਚ ਪਤਿਤ ਹੋਣ ਵਾਲਾ ਉਹ ਲੋਭੀ ਪੁਰਖ ਹੈ ਜਿਹੜਾ ਪਰਜਾ ਨੂੰ ਖਾਂਦਾ ਹੈ, ਆਪ ਨੂੰ ਹੰਕਾਰੀ ਰਾਜਾ ਕਹਾਉਂਦਾ ਹੈ। ਜੋ ਜਾਣੈ ਮੈਂ ਜੋ ਬਨਵੰਤ। ਭਾਈ, ਜਿਹੜਾ ਹੰਕਾਰ ਕਰੇਗਾ ਕਿ ਮੈਂ ਜਵਾਨੀ ਵਾਲਾ ਹਾਂ, ਮੇਰੇ ਵਰਗਾ ਕੋਈ ਸੋਹਣਾ ਜਵਾਨ ਹੈ ਨਹੀਂ, ਸੋ ਹੋਵਤ ਬਿਸਟਾ ਕਾ ਜੰਤ। ਉਸ ਨੂੰ ਮਹਾਰਾਜ ਕਹਿੰਦੇ, ਭਾਵੇਂ ਤਾਂ ਮੈਲੇ ਦਾ ਕੀੜਾ ਬਣਾ ਦਿੰਦਾ ਹੈ, ਇਹੋ ਜਿਹੀ ਹਾਲਤ ਹੁੰਦੀ ਹੈ ਉਸ ਪੁਰਖ ਦੀ। ਵਿਸ਼ਿਆਂ ਰੂਪੀ ਬਿਸਟਾ ਦਾ ਜੰਤ ਹੀ ਹੈ ਉਹ। ਆਪਸ ਕਉ ਕਰਮਵੰਤ ਕਹਾਵੈ।
ਜਿਹੜਾ ਆਪਣੇ ਆਪ ਨੂੰ ਬਾਹਲਾ ਚੰਗਾ ਕਰਮਾਂ ਵਾਲਾ ਕਿ ਮੇਰੇ ਵਰਗਾ ਕੌਣ ਹੈ, ਮੇਰੇ ਵਰਗਾ ਭਾਗਾਂ ਵਾਲਾ ਕੌਣ ਹੈ, ਜੇ ਇਹ ਹੰਕਾਰ 'ਚ ਕਹਾ ਲਵੇ, ਭਾਵ ਇਤਨਾ ਹੰਕਾਰ ਹੋ ਜਾਵੇ, ਜਨਮ ਮਰੈ ਬਹੁ ਜੋਨ ਪਰਮਾਵੈ। ਸਤਿਗੁਰੂ ਜੀ ਫਰਮਾਉਂਦੇ ਹਨ, ਉਹ ਭਾਈ ਜੰਮਦਾ ਮਰਦਾ ਰਹੇਗਾ, ਬਾਹਰਲੀਆਂ ਜੂਨਾਂ ਵਿੱਚ ਭਰਮਾਇਆ ਜਾਏਗਾ, ਇਹ ਫਲ ਮਿਲੇਗਾ ਉਸ ਨੂੰ। ਧਨ ਭੂਮਿਕਾ ਜੋ ਕਰੈ ਗੁਮਾਨ, ਜਿਹੜਾ ਭਾਈ ਧਨ ਦਾ ਹੰਕਾਰ ਕਰੇਗਾ, ਜੋ ਭੂਮ ਜ਼ਮੀਨ ਦਾ ਹੰਕਾਰ ਕਰੇਗਾ, ਸੋ ਮੂਰਖ ਅੰਧਾ ਅਗਿਆਨ। ਭਾਈ ਉਹ ਧਨ ਦਾ ਹੰਕਾਰ ਕਰਨ ਵਾਲਾ ਵੀ ਮੂਰਖ ਹੈ, ਅਤੇ ਉਹ ਅੰਨਾ ਹੈ ਜੋ ਗੁਮਾਨ ਧਰਤੀ ਦਾ ਕਰਨ ਵਾਲਾ ਹੈ। ਉਹ ਅਗਿਆਨੀ ਮੂਰਖ ਆਦਮੀ ਹੈ, ਮੂਰਖ ਹੈ ਵਿਚਾਰਾਂ ਵੱਲੋਂ ਵੀ ਤੇ ਅਗਿਆਨੀ ਹੈ ਪਰਮਾਰਥ ਵੱਲੋਂ ਵੀ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਜਿਨ੍ਹਾਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਕੇ ਮਹਾਰਾਜ ਹਿਰਦੇ 'ਚ ਨਿਮਰਤਾ ਗਰੀਬੀ ਵਸਾ ਦਿੰਦਾ ਹੈ ਪਰਮੇਸ਼ਰ। ਨਾਨਕ ਈਹਾ ਮੁਕਤ ਆਗੈ ਸੁਖ ਪਾਵੈ, ਉਹ ਪੁਰਖ ਇਸ ਲੋਕ 'ਚ ਵੀ ਮੁਕਤ ਹੈ, ਅੱਗੇ ਵੀ ਸੁਖ ਪਾਵੇਗਾ ਪਰਲੋਕ ਵਿੱਚ ਵੀ। ਇੱਥੇ ਵੀ ਪਰਮਾਤਮਾ ਦੀ ਪ੍ਰਾਪਤੀ ਕਰਕੇ ਮੁਕਤ ਹੋ ਗਿਆ, ਅੱਗੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਪਰਲੋਕ ਦਾ ਡੰਨ ਨਹੀਂ। ਸੁਖ ਹੀ ਸੁਖ ਪਾਉਂਦੇ ਜਿਹੜੇ ਉਸ ਪ੍ਰਭੂ ਦੀ ਆਗਿਆ 'ਚ ਚੱਲਦੇ ਆ। ਧਨਵੰਤਾ ਹੋਇ ਕਰ ਗਰਬਾਵੈ, ਜੋ ਕੋਈ ਧਨ ਵਾਲਾ ਹੋ ਕੇ ਭਾਈ ਹੰਕਾਰ ਕਰਦਾ ਹੈ, ਤ੍ਰਿਣ ਸਮਾਨ ਕਛ ਸੰਗ ਨ ਜਾਵੈ। ਸਤਿਗੁਰੂ ਫਰਮਾਉਂਦੇ, ਇੱਕ ਤਿਲ ਜਿੰਨਾ ਵੀ ਉਹਦੇ, ਕੱਖ ਜਿੰਨਾ ਵੀ ਉਹਦੇ ਨਾਲ ਕੋਈ ਪਦਾਰਥ ਨਹੀਂ ਜਾਂਦਾ, ਭਾਵ ਨਾਮ ਦੇ ਬਰਾਬਰ ਕੋਈ ਪਦਾਰਥ ਨਹੀਂ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਇਹ ਕੂੜਾ ਹੈ, ਇਹ ਝੂਠਾ ਹੈ ਧਨ ਦਾ ਗੁਮਾਨ ਕਰਨਾ। ਬਹੁ ਲਸਕਰ ਮਾਨੁਖ ਉਪਰ ਕਰੇ ਆਸ, ਭਾਈ ਜੇ ਕੋਈ ਬਹੁਤ ਫੌਜ ਉੱਤੇ, ਬਹੁਤੇ ਮਨੁੱਖਾਂ ਦੇ ਉੱਤੇ ਆਸ ਰੱਖੇ ਕਿ ਮੇਰੀ ਮਨੁੱਖ ਮਦਦ ਕਰਨਗੇ, ਮੇਰੀ ਫੌਜ ਬੜੀ ਭਾਰੀ ਹੈ, ਪਲ ਭੀਤਰ ਤਾਕਾ ਹੋਏ ਬਿਨਾਸ਼, ਜੇ ਹੋਏ ਹਿਰਦੇ ਇਹਦੇ ਅੰਦਰ ਹੰਕਾਰ, ਇੱਕ ਪਲ ਵਿੱਚ ਹੀ ਉਸ ਦਾ ਸਭ ਕੁਝ ਨਾਸ਼ ਹੋ ਜਾਂਦਾ ਹੈ। ਮਹਾਰਾਜ ਨੂੰ ਜੇ ਭਾਵੇ ਤਾਂ ਸਭ ਤੇ ਆਪ ਜਾਣੈ ਬਲਵੰਤ। ਹੁਣ ਸਤਿਗੁਰੂ ਜੀ ਫਰਮਾਰੇ, ਜਿਹੜਾ ਆਪਣੇ ਆਪ ਨੂੰ ਬਲ ਵਾਲਾ ਅਖਵਾਉਂਦਾ ਹੈ, ਸਮਝਦਾ ਹੈ ਕਿ ਮੇਰੇ ਵਿੱਚ ਬਹੁਤ ਬਲ ਹੈ, ਮੇਰੀਆਂ ਬਾਹਾਂ ਵਿੱਚ ਬਹੁਤ ਬਲ ਹੈ, ਮੇਰਾ ਸਰਕਾਰੇ ਦਰਬਾਰੇ ਪ੍ਰਭਤਾ ਮਾਣ ਵਡਿਆਈ ਬਹੁਤ ਬਲ ਹੈ। ਸਤਿਗੁਰੂ ਜੀ ਫਰਮਾਰੇ ਉਸ ਦੀ ਬਾਬਤ, ਖਿਨ ਮਹਿ ਹੋਏ ਜਾਏ ਪਸਮੰਤ। ਸਤਿਗੁਰੂ ਜੀ ਫਰਮਾਉਂਦੇ, ਉਹ ਇੱਕ ਖਿਨ ਵਿੱਚ ਹੀ ਸਾਧ ਸੰਗਤ ਜੀ ਅੰਤ ਨੂੰ, ਅਖੀਰ ਨੂੰ ਇੱਕ ਪਲ ਵਿੱਚ ਹੀ ਨਾਸ਼ ਹੋ ਜਾਂਦਾ ਹੈ, ਸਵਾਹ ਹੋ ਜਾਂਦਾ ਹੈ। ਕਿਸੈ ਨ ਬਦੈ ਆਪ ਅਹੰਕਾਰੀ, ਜਿਹੜਾ ਭਾਈ ਕਿਸੇ ਨੂੰ ਵੀ ਮਿੱਥਦਾ ਨਹੀਂ, ਆਪ ਨੂੰ ਮੰਨੀ ਬੈਠਾ ਹੈ, ਬਿੱਦਦਾ ਹੀ ਨਹੀਂ ਕਿਸੇ ਨੂੰ, ਅਹੰਕਾਰੀ ਬਣਿਆ ਹੋਇਆ ਹੈ ਜੋ, ਧਰਮ ਰਾਏ ਤਿਸ ਕਰੇ ਖੁਆਰੀ, ਧਰਮ ਰਾਜਾ ਵੀ ਉਸ ਨੂੰ ਖੁਆਰ ਕਰੇਗਾ, ਉਹਦੇ ਹੰਕਾਰ ਦਾ ਫਲ ਦੇਵੇਗਾ। ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਜਿਸ ਪੁਰਖ ਦੇ ਹਿਰਦੇ 'ਚੋਂ ਜਿਹੜਾ ਮਾਣ ਹੰਕਾਰ ਮਿਟ ਜਾਵੇ, ਸਤਿਗੁਰੂ ਹੁਣ ਉਸ ਦੀ ਸ਼ੋਭਾ ਦੱਸਦੇ ਆ ਕਿ ਜਿਸ ਦੇ ਅੰਦਰ ਪ੍ਰਸਾਦ ਕਿਰਪਾ ਸਦਕਾ ਗੁਰੂ ਦੀ ਹੰਕਾਰ ਮਿਟ ਜਾਂਦਾ ਹੈ, ਸੋ ਜਨ ਨਾਨਕ ਦਰਗਹਿ ਪਰਵਾਨ। ਸਤਿਗੁਰੂ ਜੀ ਫਰਮਾਉਂਦੇ, ਉਹ ਪੁਰਖ ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ, ਇਸ ਸੰਸਾਰ ਵਿੱਚ ਵੀ, ਵਾਹਿਗੁਰੂ ਦੇ ਸੱਚਖੰਡ ਵਿੱਚ ਵੀ, ਉਹ ਦਰ ਜੋ ਅੰਦਰ ਗਹਿ ਜਗ੍ਹਾ ਹੈ, ਤੁਰਿਆ ਪਦ ਵਿੱਚ ਵੀ ਪ੍ਰਮਾਣਿਕ ਹੋ ਜਾਂਦਾ ਹੈ।
ਕੋਟ ਕਰਮ ਕਰੈ ਹਉ ਧਾਰੇ। ਇੱਕ ਕਰਮ ਕੀ ਜੇ ਕੋਈ ਕਰੋੜਾਂ ਕਰਮ ਵੀ ਆਦਮੀ ਕਰ ਲਵੇ ਤੇ ਫਿਰ ਉਹਦੀ ਹਉਮੈ ਧਾਰ ਲਵੇ। ਸਤਿਗੁਰੂ ਜਿਵੇਂ ਫਰਮਾਉਂਦੇ ਨਾ ਨਾਵੇਂ ਪਾਤਸ਼ਾਹ, ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਸਤਿਗੁਰੂ ਜੀ ਕਹਿੰਦੇ ਜੇ ਕੋਈ ਤੀਰਥਾਂ ਦਾ ਵਰਤ ਰੱਖਣ ਦਾ, ਦਾਨ ਕਰਨ ਦਾ ਮਨ ਵਿੱਚ ਗੁਮਾਨ ਕਰ ਲਵੇ, ਅਭਿਮਾਨ ਕਰ ਲਵੇ ਕਿ ਮੈਂ ਕੀਤਾ ਹੈ, ਇਹ ਸਤਿਗੁਰੂ ਜੀ ਕਹਿੰਦੇ ਉਹ ਇਸ ਤਰ੍ਹਾਂ ਹੈ ਜਿਵੇਂ ਹਾਥੀ ਨੂੰ ਨਿਹਾਇਆ, ਹਾਥੀ ਨੂੰ ਨਲਾਉਂਦੇ ਹਨ ਤੇ ਉਹ ਨਾਲ ਹੀ ਚਿੱਕੜ ਵਿੱਚ ਸਵਾਹ ਪਾ ਲੈਂਦਾ ਆਪਣੇ ਆਪ ਦੇ ਉੱਤੇ, ਭਾਵ ਫਿਰ ਲਿਬੜ ਜਾਂਦਾ। ਸਤਿਗੁਰੂ ਕਹਿੰਦੇ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸਨਾਨ। ਕੁੰਚਰ ਹਾਥੀ ਨੂੰ ਕਹਿੰਦੇ ਹਨ। ਕਹਿੰਦੇ ਜਿਵੇਂ ਹਾਥੀ ਦਾ ਇਸ਼ਨਾਨ ਹੁੰਦਾ ਹੈ, ਉਹ ਫਲ ਦਿੱਤਾਇਆ ਇਸ ਤਰ੍ਹਾਂ ਹੈ। ਸ਼ਰਮ ਪਾਵੈ ਸਗਲੇ ਬਿਰਥਾਰੇ। ਮਹਾਰਾਜ ਕਹਿੰਦੇ ਐਵੇਂ ਥਕਾਵਟ ਹੀ ਪਾਏਗਾ ਕਰਦਾ ਕਰਦਾ, ਯਤਨ ਕਰਦਾ ਸਾਰੇ ਉਹਦੇ ਕਰਮ ਬਿਰਥੇ ਜਾਂਦੇ ਆ। ਜਿਵੇਂ ਹਾਥੀ ਨੂੰ ਸਾਬਣ ਮਲ ਕੇ ਗੰਗਾ ਜਲ ਨਾਲ ਇਸ਼ਨਾਨ ਕਰਾਇਆ, ਫਿਰ ਉਹ ਬਾਹਰ ਨਿਕਲ ਕੇ ਖੇਹ ਹੀ ਪਾ ਲੈਂਦਾ ਹੈ। ਉਹਨਾਂ ਦੀ ਇਹੋ ਜਿਹੀ ਹਾਲਤ ਹੈ। ਅਨਕ ਤਪੱਸਿਆ ਕਰੇ ਅਹੰਕਾਰ। ਹੰਕਾਰ ਦੇ ਸਹਿਤ ਅਨੇਕ ਪ੍ਰਕਾਰ ਦੀਆਂ ਜਲ ਧਾਰਾ ਕਰ ਲਵੇ, ਵਰਖਾ ਸਹਾਰ ਲਵੇ, ਧੂਣੀਆਂ ਤਾ ਲਵੇ, ਇਉਂ ਹੰਕਾਰ ਨਾਲ ਤਪੱਸਿਆ ਕਰ ਲਵੇ, ਭੁੱਖਾ ਤਿਹਾਇਆ ਰਹਿ ਕੇ ਵਰਤ ਆਦਿਕ ਰੱਖ ਲਵੇ, ਨਰਕ ਸੁਰਗ ਫਿਰ ਅਵਤਾਰ। ਸਤਿਗੁਰੂ ਜੀ ਫਰਮਾਉਂਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਤਨਾ ਕੁਝ ਕਰਨ ਦੇ ਬਾਵਜੂਦ ਵੀ ਉਹ ਤਪੱਸਿਆ ਦਾ ਫਲ ਸਾਧ ਸੰਗਤ ਜੀ ਸੁਕਾਮ ਕਰਮਾਂ ਦਾ ਸਵਰਗ ਦੀ ਪ੍ਰਾਪਤੀ ਹੋਵੇਗੀ। ਅਤੇ ਸਵਰਗ ਦੀ ਪ੍ਰਾਪਤੀ ਕਰਕੇ ਫਿਰ ਜਦੋਂ ਪੁੰਨ ਨਾਸ਼, ਉਦੋਂ ਜਿਸ ਤਰ੍ਹਾਂ ਪਹਾੜ ਦੇ ਉੱਤੋਂ ਵੱਟਾ ਠੱਲਿਆ ਰੇੜਿਆ ਜਾਂਦਾ ਹੈ, ਐ ਸਵਰਗ ਵਿੱਚੋਂ ਰੇੜਿਆ ਜਾਵੇਗਾ। ਕਿਉਂਕਿ ਜਿਵੇਂ ਸਾਡੇ ਕੋਲ ਕੋਈ ਮਕਾਨ ਅਸੀਂ ਕਿਰਾਏ 'ਤੇ ਲਿਆ ਤੇ ਜਦੋਂ ਉਹ ਕਿਰਾਇਆ ਮੁੱਕ ਗਿਆ ਤੇ ਅਗਲਾ ਸਾਡਾ ਸਮਾਨ ਵਗਾ ਕੇ ਬਾਹਰ ਮਾਰਦਾ ਹੈ ਕਿ ਭਾਈ ਜਾਂ ਤਾਂ ਅਗਲਾ ਕਿਰਾਇਆ ਦਿਓ। ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਜਿਤਨੀ ਦੇਰ ਉਸ ਦੇ ਪਾਸ ਕਿਰਾਇਆ ਰੂਪੀ ਪੁੰਨ ਹਨ, ਸੇਵਾ ਸਿਮਰਨ ਹੈ, ਉਤਨੀ ਦੇਰ ਪਰਮੇਸ਼ਰ ਉਸ ਨੂੰ ਸਵਰਗ ਦਿੰਦਾ ਹੈ। ਫਿਰ ਇੱਕ ਦਿਨ ਸਵਰਗ ਵਿੱਚੋਂ ਵੀ ਬਾਹਰ ਰੇੜਿਆ ਜਾਂਦਾ ਹੈ। ਉਹ ਫਿਰ ਨਰਕ ਦੇ ਵਿੱਚ ਨਰਕੀ ਜੀਵ ਹੋ ਕੇ ਜਨਮ ਧਾਰੇਗਾ, ਦੁਬਾਰਾ ਨਰਕਾਂ ਵਿੱਚ ਹੀ ਜਨਮਦਾ ਰਹੇਗਾ। ਫਿਰ ਅਵਤਾਰ ਤੋਂ ਭਾਵ ਹੈ ਹਰ ਵਕਤ ਬਿਪਤਾ ਵਿੱਚ ਹੀ ਪਿਆ ਰਹੇਗਾ। ਅਵਤਾਰ ਹੁੰਦਾ ਜਨਮ ਲੈਣਾ। ਕਹਿੰਦੇ ਅਵਤਾਰ ਜਨਮ ਦਾ ਨਾਮ ਹੈ ਤੇ ਬਿਪਤਾ ਵਿੱਚ ਹੀ ਉਤਰਦਾ ਰਹੇਗਾ, ਜਨਮ ਧਾਰਦਾ ਰਹੇਗਾ। ਅਨਕ ਯਤਨ ਕਰ ਆਤਮ ਨਹੀਂ ਦਰਵੈ। ਅਨੇਕਾਂ ਯਤਨ ਕਰਕੇ, ਸਾਧਨ ਕਰਕੇ ਜਿਹਦਾ ਮਨ ਨਹੀਂ ਨਾ ਟਲਦਾ ਵਾਹਿਗੁਰੂ ਦੇ ਪ੍ਰੇਮ ਵਿੱਚ। ਹਰ ਦਰਗਹ ਕਹੋ ਕੈਸੇ ਗਵੈ। ਹਰੀ ਦੀ ਦਰਗਾਹ ਵਿੱਚ ਦੱਸੋ ਉਸ ਦੀ ਗਮਤਾ ਕਿਵੇਂ ਹੋਊਗੀ। ਕਦੇ ਗਮਤਾ ਉਹਦੀ ਪਹੁੰਚ ਨਹੀਂ ਹੋ ਸਕਦੀ। ਹਰੀ ਦੀ ਦਰਗਾਹ ਵਿੱਚ ਕਿਸ ਪ੍ਰਕਾਰ ਉਸ ਦਾ ਜਸ ਗਾਇਆ ਜਾਵੇਗਾ, ਉਸ ਦਾ ਜਸ ਕਿਵੇਂ ਪ੍ਰਗਟ ਹੋ ਸਕਦਾ ਹੈ। ਗਮਨ ਨਹੀਂ ਹੋ ਸਕਦਾ ਉਸ ਦਾ। ਆਪਸ ਕਉ ਜੋ ਭਲਾ ਕਹਾਵੈ। ਜਿਹੜਾ ਭਾਈ ਹੰਕਾਰ ਕਰਕੇ ਆਪਣੇ ਆਪ ਨੂੰ ਹੀ ਭਲਾ ਚੰਗਾ ਕਹਿੰਦਾ ਹੈ ਕਿ ਮੇਰੇ ਵਰਗਾ ਦੁਨੀਆ 'ਚ ਕੋਈ ਨਹੀਂ, ਤਿਸੈ ਹੈ ਭਲਾਈ ਨਿਕਟ ਨ ਆਵੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਸੁਚੇਤ ਕਰ ਰਹੇ ਆ। ਅਗਰ ਜੇ ਕੋਈ ਤੁਹਾਨੂੰ ਇਨਸਾਨ ਲੱਗਦਾ ਕਿ ਉਹ ਕਹਿੰਦਾ ਮੈਂ ਭਲਾ ਹਾਂ, ਸਤਿਗੁਰੂ ਕਹਿੰਦੇ ਭਲਾਈ ਤਾਂ ਉਹਦੇ ਨੇੜੇ ਵੀ ਨਹੀਂ ਆਉਂਦੀ ਜਿਹੜਾ ਆਪਣੇ ਆਪ ਨੂੰ ਭਲਾ ਕਹਿੰਦਾ ਹੈ। ਤਿਸੈ ਹੈ ਭਲਾਈ, ਉਹਦੇ ਕੋਲ ਭਲਾਈ ਨਿਕਟ ਨਾ ਆਵੈ। ਨੰਨਾ ਮੁਕਤਾ ਹੈ, ਉਹਦੇ ਤਾਂ ਕਿਤੇ ਮਹਾਰਾਜ ਕਹਿੰਦੇ ਭਲਾਈ ਨੇੜੇ ਨਹੀਂ ਆਉਂਦੀ, ਉਸਦੇ ਤਾਂ ਔਗਣ ਹੀ ਅੰਦਰ ਆ ਵੜਦੇ ਹਨ। ਸਰਬ ਕੀ ਰੇਨ ਜਾ ਕਾ ਮਨ ਹੋਏ। ਭਲਾਈ ਤਾਂ ਉਸਦੇ ਨੇੜੇ ਆਉਂਦੀ ਹੈ ਜਿਸ ਦਾ ਮਨ ਸਾਰਿਆਂ ਦੀ ਚਰਨ ਧੂੜ ਹੋ ਜਾਵੇ।
ਕਹੁ ਨਾਨਕ ਤਾਕੀ ਨਿਰਮਲ ਸੋਏ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਉਹਨਾਂ ਦੀ ਉੱਜਲ ਸੋਭਾ ਹੁੰਦੀ ਹੈ ਲੋਕ ਪਰਲੋਕ ਵਿੱਚ। ਜਬ ਲੱਗ ਜਾਣੈ ਮੁਝ ਤੇ ਕਛ ਹੋਏ। ਜਿੰਨਾ ਚਿਰ ਇਹ ਸਮਝਦਾ ਕਿ ਮੇਰੇ ਤੋਂ ਕੁਝ ਹੋ ਸਕਦਾ ਹੈ, ਮੈਂ ਕਰਨ ਕਾਰਨ ਹਾਂ, ਜੋ ਚਾਹਾਂ ਮੈਂ ਕਰ ਸਕਦਾ ਹਾਂ, ਤਬ ਇਸ ਕੋ ਸੁਖ ਨਾਹੀ ਕੋਇ। ਸਤਿਗੁਰੂ ਜੀ ਕਹਿੰਦੇ ਜਿਤਨੀ ਦੇਰ ਇਹ ਆਪਣੇ ਤੇ ਸੁੱਟੀ ਰੱਖਦਾ ਹੈ ਕਿ ਮੈਂ ਕੀਤਾ, ਮੈਂ ਕਰਾਂਗਾ, ਮੈਂ ਕਰ ਲਾਂਗਾ, ਸਤਿਗੁਰੂ ਕਹਿੰਦੇ ਓਨਾ ਚਿਰ ਉਹ ਬੱਝਿਆ ਰਹਿੰਦਾ ਹੈ, ਬੰਧਨਾਂ 'ਚ ਹੀ ਪਿਆ ਰਹਿੰਦਾ ਹੈ। ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਸੁੱਖ ਵੀ ਪ੍ਰਾਪਤ ਨਹੀਂ ਹੁੰਦਾ। ਜਬ ਇਹ ਜਾਣੈ ਮੈਂ ਕਿਛ ਕਰਤਾ। ਜਦੋਂ ਇਹ ਅਲਪੱਗ ਜੀਵ ਆਪਣੇ ਆਪ ਨੂੰ ਜਾਣੇ ਕਿ ਮੈਂ ਕੁਝ ਕਰ ਸਕਦਾ ਹਾਂ, ਕਿਸੇ ਨੂੰ ਜੇਲ੍ਹ 'ਚ ਪਾ ਸਕਦਾ, ਕਿਸੇ ਨੂੰ ਛੁਡਾ ਸਕਦਾ, ਤਬ ਲਗ ਗਰਭ ਜੋਨ ਮਹਿ ਫਿਰਤਾ। ਇੱਥੇ ਗਰਭ ਭੱਬੇ ਨਾਲ ਆਇਆ ਹੈ। ਦਾਸ ਨੇ ਅੱਗੇ ਵੀ ਅਰਜ਼ ਕੀਤੀ ਹੈ, ਬਾਣੀ ਵਿੱਚ ਗਰਭ ਦੋ ਤਰ੍ਹਾਂ ਆਇਆ ਹੈ। ਜੋ ਗੱਗਾ, ਰਾਰਾ, ਭੱਬਾ, ਇਹ ਮਾਂ ਦਾ ਗਰਭ ਭਾਵ ਮਾਂ ਦੀ ਕੁੱਖ, ਜਿੱਥੇ ਬੱਚਾ ਜਨਮ ਲੈਂਦਾ ਹੈ, ਮਾਂ ਦਾ ਪੇਟ। ਔਰ ਜੋ ਗੱਗਾ, ਰਾਰਾ, ਬੱਬਾ ਆਵੇਗਾ ਉਸ ਦਾ ਮਤਲਬ ਹੈ ਹੰਕਾਰ। ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ ਨਾ, ਕਬੀਰ ਗਰਭ ਨ ਕੀਜੀਐ, ਊਚਾ ਦੇਖ ਆਵਾਸ, ਆਜ ਕਾਲ ਪੋਇ ਲੇਟਣਾ, ਉੱਪਰ ਜਾਮੈ ਘਾਸ। ਉੱਥੇ ਜਿਹੜਾ ਗਰਭ ਕਿਹਾ ਨਾ ਕਬੀਰ ਸਾਹਿਬ ਨੇ, ਕਦੇ ਸ਼ਲੋਕ ਪੜ੍ਹ ਲਿਆ ਜੇ ਆਪ, ਉੱਥੇ ਬੱਬੇ ਨਾਲ ਕਿਹਾ ਹੈ। ਉਸ ਦਾ ਮਤਲਬ ਹੈ ਕਿ ਕਦੇ ਉੱਚਾ ਆਵਾਸ, ਉੱਚੇ ਮਹਿਲ ਮਾੜੀਆਂ ਦੇਖ ਕੇ ਹੰਕਾਰ ਨਾ ਕਰ ਲਈ। ਇੱਥੇ ਸਤਿਗੁਰੂ ਕਹਿੰਦੇ ਗੱਗਾ, ਰਾਰਾ, ਭੱਬਾ, ਉਹ ਕਹਿੰਦੇ ਜੂਨਾਂ 'ਚ ਆਵੇਗਾ। ਜੋ ਕਹਿੰਦਾ ਨਾ ਮੈਂ ਸਾਰਾ ਕੁਝ ਕਰ ਸਕਦਾ, ਕਹਿੰਦੇ ਉਨਾ ਚਿਰ ਮਾਤਾ ਦੇ ਗਰਭ 'ਚ ਪਿਆ ਜੂਨਾਂ 'ਚ ਹੀ ਤੁਰਿਆ ਫਿਰਦਾ ਹੈ। ਜਬ ਧਾਰੈ ਕੋਊ ਬੈਰੀ ਮੀਤ। ਜਦੋਂ ਕਿਸੇ ਨੂੰ ਬੈਰੀ ਸਮਝ ਲੈਂਦਾ ਹੈ, ਕਿਸੇ ਨੂੰ ਮਿੱਤਰ ਬਣਾ ਲੈਂਦਾ ਹੈ, ਇਉਂ ਧਾਰ ਲੈਂਦਾ ਹਿਰਦੇ ਵਿੱਚ, ਤਬ ਲਗ ਨਿਹਚਲ ਨਾਹੀ ਚੀਤ। ਓਨਾ ਚਿਰ ਚਿੱਤ ਅਚਲ ਨਾ ਹੋਇਆ ਸਮਝੋ, ਵੈਰ ਵਿਰੋਧ 'ਚ ਹੀ ਫਸਿਆ ਹੋਇਆ ਹੈ। ਜਬ ਲਗ ਮੋਹ ਮਗਨ ਸੰਗ ਮਾਏ। ਜਿੰਨਾ ਚਿਰ ਮਾਇਆ ਦੇ ਮੋਹ ਦੇ ਨਾਲ ਮਿਲ ਕੇ ਮਸਤ ਹੋਇਆ ਹੈ, ਤਬ ਲਗ ਧਰਮ ਰਾਏ ਦੇ ਸਜਾਏ। ਉਹਨਾਂ ਚਿਰ ਧਰਮ ਰਾਜਾ ਜ਼ਰੂਰ ਦੰਡ ਦਿੰਦਾ ਰਹੇਗਾ ਇਹਦੇ ਕਰਮਾਂ ਧਰਮਾਂ ਅਨੁਸਾਰ। ਰੱਬ ਕਿਰਪਾ ਤੇ ਬੰਧਨ ਟੂਟੈ। ਇਸ ਕਰਕੇ ਵਾਹਿਗੁਰੂ ਜੀ ਦੇ ਕਿਰਪਾ ਹੋਵੇ, ਇਸ ਕਰਕੇ ਵਾਹਿਗੁਰੂ ਜੀ ਦੀ ਜੇ ਕਿਰਪਾ ਹੋਵੇ, ਹਉਮੈ ਦੇ ਬੰਧਨ ਇਸ ਦੇ ਟੁੱਟ ਜਾਣ। ਗੁਰ ਪ੍ਰਸਾਦ ਨਾਨਕ ਹਉ ਛੂਟੈ। ਵਾਹਿਗੁਰੂ ਦੀ ਕਿਰਪਾ ਹੋਵੇ ਤੇ ਗੁਰੂ ਸਾਹਿਬ ਮਿਲਣ, ਗੁਰੂ ਸਾਹਿਬ ਕਿਰਪਾ ਕਰਨ ਤੇ ਇਹਦੀ ਹਉਮੈ ਤੋਂ ਛੁਟਕਾਰਾ ਕਰ ਦੇਣ, ਤਾਂ ਇਹਦੇ ਜੰਮਣ ਮਰਨ ਦੇ ਬੰਧਨ ਛੁੱਟਦੇ ਹਨ। ਸੋ ਸਾਧ ਸੰਗਤ ਜੀ, ਇਹ ਸੀ 12ਵੀਂ ਅਸ਼ਟਪਦੀ ਦੀ ਚੌਥੇ ਪਦੇ ਤੱਕ ਵਿਚਾਰ। ਬਾਕੀ ਜੋ ਇਸ ਅਸ਼ਟਪਦੀ ਦੇ 4 ਪਦੇ ਵਿਚਾਰ ਸਹਿਤ ਸਾਡੇ ਬਾਕੀ ਹਨ, ਉਹ ਅਸੀਂ ਕੱਲ੍ਹ ਵਾਲੀ ਵਿਚਾਰ ਵਿੱਚ ਵਿਚਾਰਾਂਗੇ। ਸੋ ਇਤਨਾ ਕੁ ਟਾਈਮ ਸਤਿਗੁਰੂ ਨੇ ਬਖਸ਼ਿਆ ਹੈ ਮਿਹਰਾਂ ਕਰਕੇ, ਸੋ ਪ੍ਰਵਾਨ ਕਰਨਾ ਜੀ। ਗੁਰਬਾਣੀ ਵਿਚਾਰ ਕਰਦਿਆਂ, ਗੁਰਬਾਣੀ ਸਾਹਿਬ ਜੀ ਨੂੰ ਗਾਉਂਦਿਆਂ, ਲਗਾ ਮਾਤਰਾ ਪੜ੍ਹਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਹਨ। ਆਪ ਸਾਧ ਸੰਗਤ ਜੀ ਬਖਸ਼ਣਯੋਗ ਹੋ ਬਖਸ਼ ਲੈਣਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਗੱਦੀ ਤੇ ਬਿਰਾਜਮਾਨ, ਤਖਤਾਂ ਤੇ ਸੁਭਾਏਮਾਨ ਸਤਿਗੁਰੂ ਜੀ ਬਖਸ਼ਣਹਾਰ ਪਿਤਾ ਹਨ। ਸਾਨੂੰ ਸਾਰਿਆਂ ਨੂੰ ਬਖਸ਼ ਲੈਣ। ਪੜ੍ਹੀ ਸੁਣੀ ਕੀਤੀ ਹੋਈ ਵਿਚਾਰ ਸਾਡੇ ਹਿਰਦਿਆਂ 'ਚ ਵਸਾ ਦੇਣ, ਤਾਂ ਕਿ ਸਾਡਾ ਆਇਆ ਹੋਇਆ ਸਫਲ ਹੋ ਸਕੇ। ਸਾਨੂੰ ਨਾਮ ਦੀਆਂ ਦਾਤਾਂ, ਸਿਮਰਨ ਦੀਆਂ ਦਾਤਾਂ, ਸੇਵਾ ਦੀਆਂ ਦਾਤਾਂ, ਭਲੇ ਸ਼ੁਭ ਕਰਮ ਕਰਨ ਦੀਆਂ ਦਾਤਾਂ ਬਖਸ਼ਣ। ਸੋ ਆਓ ਇੱਥੇ ਹੀ ਚੌਥੇ ਪਦੇ ਤੱਕ ਜੋ ਅਸੀਂ
ਵਿਚਾਰ ਇੱਥੇ ਛੱਡ ਰਹੇ ਹਾਂ, ਉਸ ਤੋਂ ਦੋ ਪੰਕਤੀਆਂ ਦੀ ਸੰਪੂਰਨਤਾ ਦੀ ਜੋ ਵਿਚਾਰ ਪੰਕਤੀਆਂ ਪੜ੍ਹਨਾ ਕਰੀਏ, ਸੁਣਨਾ ਕਰੀਏ। ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹਉ ਛੂਟੈ। ਵਾਹਿਗੁਰੂ ਦੀ ਕਿਰਪਾ ਹੋਵੇ ਤੇ ਗੁਰੂ ਸਾਹਿਬ ਮਿਲਣ। ਗੁਰੂ ਸਾਹਿਬ ਕਿਰਪਾ ਕਰਨ ਤੇ ਇਹਦੀ ਹਉਮੈ ਤੋਂ ਛੁਟਕਾਰਾ ਕਰ ਦੇਣ, ਤਾਂ ਇਹਦੇ ਜੰਮਣ ਮਰਨ ਦੇ ਬੰਧਨ ਛੁੱਟਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।